कोई एक दिन का कोई 1 घंटे का समा लैके लॉरेंस तो ये नहीं पूछ सके भी दस भाई तू शरेआम इंटरव्यू च कहा भी असीं मारिया किहड़े बंदे इनवॉल्व सी ठीक है ना वो इंटरव्यू तो कित्थे बैठ के कीती इन्हां दा हक नहीं बनता इन्वेस्टिगेशन का पार्ट नहीं है। दोने सरकारां अज तक कोई भी फोटोग्राफ कोई भी व्हाट्सएप चैटिंग कोई भी किसी तरह का कोई कॉल रिकॉर्डिंग कोई भी प्रूफ ये नहीं दे सके भी पहले दिन तो लैके टिल एंड मूसेवाले का किसी भी गैंगस्टर नाल कोई संबंध सी। इको तो मूसेवाले का सुभाव सी भी वो हिक दे जोर ते चलदा सी भी आपां किसी नूं दबना नहीं आपां भी आपां आपदे है ना भी आपां आपदे पैरां ते खुद उठे आ आपां आपदी मेहनत करके उठे आ मैं किसी साले नूं क्यों देवां। हाँ 295 ਜਿਹੜਾ ਉਹਦਾ ਗੀਤ ਆਇਆ ਸੀ ਨਾ ਪਰਮਿੰਦਰ 295 ਗੀਤ ਉਹਦੀ ਮੈਚਿਓਰਿਟੀ ਚੋਂ ਨਿਕਲਿਆ ਸੀ। ਗੋਰੇ ਕਾਲਿਆਂ ਦੀ ਗੱਲ ਕਰਦਾ ਸੀ ਉਹਨਾਂ ਨੂੰ ਉਹ ਚੀਜ਼ ਦੇਣਾ ਚਾਹੁੰਦਾ ਸੀ ਤੇ ਆਪਣੇ ਨਾਲ ਨੂੰ ਲੱਗਦਾ ਸੀ ਕਿ ਇਹ ਹੋਸ਼ੇਪਣੇ ਦੀਆਂ ਗੱਲਾਂ ਕਰਦਾ ਹੈ ਇਹ ਥੋੜੇ ਜਿਹੀਆਂ ਆਪਾਂ ਕਹਿੰਦੇ ਨੇ ਵੀ ਇਹ ਪਾਡਾ ਬਣ ਕੇ ਪਾਡੇ ਵਾਲੀਆਂ ਗੱਲਾਂ ਕਰਦਾ। ਬਹੁਤ ਸਾਰੇ ਲੋਕ ਉਸ ਦੀ ਗਾਇਕੀ ਨੂੰ ਉਹਦੇ ਗੀਤਾਂ ਨੂੰ ਹੋਸ਼ੇਪਣ ਵਾਲੀ ਗਾਇਕੀ ਕਹਿੰਦੇ ਸੀ ਜਿਨ੍ਹਾਂ ਦੇ ਵਿੱਚ ਕੁਝ ਗੀਤ ਇਸ ਤਰ੍ਹਾਂ ਦੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਲੌਰੈਂਸ ਬਿਸ਼ਨੋਈ ਨੂੰ ਤਾਂ ਸਿਰਫ ਵਰਤਿਆ ਜਾ ਰਿਹਾ ਕਿੰਨਾ ਵੱਲੋਂ ਵਰਤਿਆ ਜਾ ਰਿਹਾ ਜਿਹੜੇ ਕਿਤੇ ਨਾ ਕਿਤੇ ਮੂਸੇਵਾਲੇ ਨੂੰ ਇਹ ਚਾਹੁੰਦੇ ਸੀ ਵੀ ਇਹਨੂੰ ਪਹਿਲਾਂ ਉਹ ਧਮਕੀਆਂ ਦੇ ਕੇ ਬਿਠਾਉਣਾ ਚਾਹੁੰਦੇ ਸੀ ਦਬਾਉਣਾ ਚਾਹੁੰਦੇ ਸੀ ਜਦੋਂ ਧਮਕੀਆਂ ਤੱਕ ਉਹਨੇ ਪਰਵਾਹ ਨਹੀਂ ਕੀਤੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਇਹਨੂੰ ਇਹ ਧਮਕੀਆਂ ਤੋਂ ਲੋਟ ਨਹੀਂ ਆ ਰਿਹਾ ਹੁਣ ਇਹਨੂੰ ਆਪਾਂ ਮਾਰਨਾ ਹੀ ਪੈਣਾ ਤਾਂ ਕਤਲ ਕਰਨਾ ਪੈਣਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਟੀਵੀ ਤੇ ਮੈਂ ਹਾਂ ਪਰਮਿੰਦਰ ਸਿੰਘ। ਆਸ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਹਮੇਸ਼ਾ ਦੀ ਤਰ੍ਹਾਂ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਾਥੀ ਹਰਜਿੰਦਰ ਸਿੱਧੂ ਨੇ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਠੀਕ ਠਾਕ ਹੋ ਚੜ੍ਹਦੀ ਕਲਾ। ਹਰਜਿੰਦਰ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਤਾਂ ਇੱਕ ਨਾਮੀ ਪੱਤਰਕਾਰ ਨੇ ਜਪਿੰਦਰਜੀਤ ਸਿੰਘ ਦੀ ਟ੍ਰਿਬਿਊਨ ਇੰਗਲਿਸ਼ ਅਖਬਾਰ ਦੇ ਪੱਤਰਕਾਰ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਤੇ ਇੱਕ ਕਿਤਾਬ ਲਿਖੀ ਹੈ। ਸਿੱਧੂ ਮੂਸੇਵਾਲੇ ਦੀ ਪਿਛਲੇ ਦਿਨੀ ਬਰਸੀ ਲੰਘ ਕੇ ਗਈ ਹੈ ਤੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਆਪਾਂ ਸੁਣੀਆਂ ਉਹਨਾਂ ਦੇ ਨਜ਼ਦੀਕੀਆਂ ਦੀ ਗੱਲ ਕਰੀਏ ਉਹਨਾਂ ਦੇ ਮਾਤਾ ਪਿਤਾ ਤੋਂ ਗੱਲ ਕਰੀਏ ਬਹੁਤ ਨੇੜ ਦੇ ਉਹਨਾਂ ਦੇ ਦੋਸਤਾਂ ਮਿੱਤਰਾਂ ਦੀ ਆਪਾਂ ਇੰਟਰਵਿਊ ਸੁਣੀਆਂ ਤੇ ਕਾਫੀ ਜਿਹੜੀਆਂ ਚਰਚਾਵਾਂ ਆਈਆਂ। ਦੂਜੇ ਪਾਸੇ ਹੁਣ ਇੱਕ ਜਿਹੜੇ ਹੈਗੇ ਨੇ ਪੱਤਰਕਾਰ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸਿੱਧੂ ਮੂਸੇਵਾਲੇ ਤੇ ਉਹ ਕਿਤਾਬ ਨੂੰ ਦੇ ਤੁਸੀਂ ਐਜ਼ ਏ ਪੱਤਰਕਾਰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਉਹ ਵੀ ਬਹੁਤ ਖੋਜੀ ਪੱਤਰਕਾਰ ਨੇ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਬਿਲਕੁਲ ਨਿਚੋੜ ਕੱਢ ਕੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ। ਇਹ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਤੇ ਉਹ ਕਿਤਾਬ ਦੇ ਵਿੱਚ ਅਸਲ ਦੇ ਵਿੱਚ ਹੈ ਕੀ ਚੀਜ਼ ਤੇ ਉਹ ਆਪਣੇ ਜਿਹੜੇ ਸਾਥੀ ਪੱਤਰਕਾਰ ਆ ਉਹ ਕਿਸ ਤਰੀਕੇ ਦੇ ਨਾਲ ਉਹ ਇਹਨੂੰ ਜਿਹੜਾ ਹੈਗੇ ਨੇ ਸਾਬਤ ਕਰਨਾ ਚਾਹੁੰਦੇ ਨੇ। ਬਿਲਕੁਲ ਪਰਮਿੰਦਰ ਪਿਛਲੇ ਦਿਨੀ ਆਪਾਂ ਸਿੱਧੂ ਮੂਸੇਵਾਲੇ ਦੀ ਬਰਸ਼ੀ ਮਨਾ ਕੇ ਹਟੇ ਹਾਂ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਕਿਤਾਬ ਜਪਿੰਦਰਜੀਤ ਸਿੰਘ ਜਿਹੜੇ ਦੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਕ੍ਰਾਈਮ ਰਿਪੋਰਟਰ ਨੇ ਔਰ ਕਾਫੀ ਖੋਜੀ ਪੱਤਰਕਾਰ ਨੇ। ਇੱਕ ਤਾਂ ਆਪਾਂ ਕਹਿ ਦਈਏ ਕਿ ਨੋਰਮਲ ਕਿਸੇ ਬੀਟ ਨਾਲ ਜੁੜੇ ਹੋਏ ਪੱਤਰਕਾਰ ਨੇ ਪਰ ਉਹ ਇੱਕ ਖੋਜੀ ਪੱਤਰਕਾਰ ਨੇ ਖਾਸ ਕਰ ਕ੍ਰਿਮੀਨਲ ਜਿਹੜੀਆਂ ਇਨਵੈਸਟੀਗੇਸ਼ਨ ਵਾਲੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਐਕਸਪੀਰੀਅੰਸ ਆ 22-25 ਸਾਲਾਂ ਤੋਂ ਉਹ ਕੰਮ ਕਰ ਰਹੇ ਨੇ ਇਸ ਖੇਤਰ ਦੇ ਵਿੱਚ। ਉਹਨਾਂ ਨੇ ਆਪਦੀ ਇੱਕ ਕਿਤਾਬ ਹੂ ਕਿਲਡ ਮੂਸੇਵਾਲਾ ਜੀ ਇਹ ਉਹਨਾਂ ਨੇ ਲਿਖੀ ਆ ਜੀ। ਇਹ ਪਹਿਲਾ ਭਾਗ ਆ ਇਸ ਦਾ ਉਹ ਦੂਸਰਾ ਭਾਗ ਵੀ ਕਰਨਗੇ। ਇੰਗਲਿਸ਼ ਦੇ ਵਿੱਚ ਇਹ ਕੀਤੀ ਆ ਕਿਤਾਬ ਤਾਂ ਹੁਣ ਉਹ ਕਹਿ ਰਹੇ ਕਿ ਇਸ ਕਿਤਾਬ ਨੂੰ ਇੰਨਾ ਜ਼ਿਆਦਾ ਪਿਆਰ ਇੰਨਾ ਰਿਸਪੌਂਸ ਮਿਲਿਆ ਪੂਰੇ ਲੋਕਾਂ ਵੱਲੋਂ ਮੂਸੇਵਾਲੇ ਦੇ ਫੈਨਸ ਵੱਲੋਂ ਕਿ ਮੈਂ ਇਹ ਕਿਤਾਬ 11-12 ਭਾਸ਼ਾਵਾਂ ਦੇ ਵਿੱਚ ਪ੍ਰਕਾਸ਼ਿਤ ਕਰਵਾਉਣੀ ਆ। ਇੰਗਲਿਸ਼ ਦੇ ਵਿੱਚ ਜਿਹੜੀ ਕਿਤਾਬ ਆ ਉਹ ਲਗਭਗ ਮੈਂ ਵਰਲਡ ਦੇ ਹਰ ਕੋਨੇ ਤੱਕ ਪਹੁੰਚਾਉਣੀ ਆ ਦੁਨੀਆ ਦੇ ਹਰ ਕੋਨੇ ਤੱਕ ਜਿੱਥੋਂ ਤੱਕ ਵੀ ਮੂਸੇਵਾਲੇ ਦੇ ਫੈਨ ਬੈਠੇ ਨੇ ਜਾਂ ਲੋਕ ਹੋਰ ਪੜ੍ਹਨ ਵਾਲੇ ਸਾਹਿਤਕ ਪਾਠਕ ਲੋਕ ਬੈਠੇ ਨੇ। ਤਾਂ ਇਸ ਤੋਂ ਬਗੈਰ ਜਿਹੜੇ ਦੇਸ਼ਾਂ ਦੇ ਵਿੱਚ ਇੰਗਲਿਸ਼ ਵਗੈਰਾ ਨਹੀਂ ਘੱਟ ਪੜ੍ਹੀ ਜਾਂਦੀ ਆ ਜਿੱਥੋਂ ਦੀ ਲੋਕਲ ਲੈਂਗੁਏਜ ਉੱਥੋਂ ਦੀ ਹੋਰ ਆ ਗਈ ਕੋਈ ਤਾਂ ਉਸ ਲੋਕਲ ਲੈਂਗੁਏਜ ਦੇ ਵਿੱਚ ਵੀ ਉਹ ਪ੍ਰਕਾਸ਼ਿਤ ਕਰਵਾਉਣੀ ਆ ਕਿਤਾਬ। ਹੁਣ ਉਸ ਕਿਤਾਬ ਦਾ ਜਿਹੜਾ ਟਾਈਟਲ ਆ ਟਾਈਟਲ ਤੋਂ ਹੀ ਸਿੱਧ ਹੁੰਦਾ ਹੈ ਕਿ ਕਿਤਾਬ ਦੇ ਅੰਦਰਲਾ ਮਟੀਰੀਅਲ ਕਿਹੋ ਜਿਹਾ ਹੋਏਗਾ। ਹੂ ਕਿਲਡ ਮੂਸੇਵਾਲਾ ਸਿੱਧਾ ਹੀ ਸਵਾਲ ਉਠਾਇਆ ਉਹਨੇ ਆਪਦੀ ਟਾਈਟਲ ਦੇ ਵਿੱਚ ਵੀ ਮੂਸੇਵਾਲੇ ਨੂੰ ਕਿਹਨੇ ਮਾਰਿਆ। ਤਾਂ ਅੰਦਰਲੇ ਸਵਾਲਾਂ ਦੇ ਵਿੱਚ ਜਾ ਕੇ ਉਹ ਅਲੱਗ-ਅਲੱਗ ਪਰਤਾਂ ਖੋਲਦੇ ਨੇ
अलग-अलग ਉਹ ਸਿਸਟਮ ਦੇ ਉੱਪਰ, ਇੰਡਸਟਰੀ ਦੇ ਉੱਪਰ, ਗੈਂਗਸਟਰਵਾਦ ਦੇ ਉੱਪਰ, ਪੁਲਿਸ ਸਿਸਟਮ ਦੇ ਉੱਪਰ, ਸਰਕਾਰ ਦੇ ਉੱਪਰ ਸਵਾਲ ਉਠਾਉਂਦੇ ਨੇ, ਵਿਅੰਗ ਕਰਦੇ ਨੇ। ਉਹ ਸਵਾਲਾਂ ਦੇ ਜਵਾਬ ਮੇਰੇ ਖਿਆਲ ਦੇ ਵਿੱਚ ਵੀ ਚੰਗੀ ਤਰ੍ਹਾਂ ਤਾਂ ਪ੍ਰਸ਼ਾਸਨ ਜਾਂ ਸਰਕਾਰਾਂ ਹੀ ਦੇ ਸਕਦੀਆਂ ਨੇ। ਆਪਣੀਆਂ ਤਾਂ ਕਿਆਸਰਾਈਆਂ ਹੁੰਦੀਆਂ ਨੇ, ਹਾਲਾਂਕਿ ਆਪਾਂ ਜਾਣਦੇ ਬਹੁਤ ਕੁਝ ਹੁੰਨੇ ਆ, ਪਰ ਆਪਣੀਆਂ ਕੁਝ ਹੱਦਾਂ ਹੁੰਦੀਆਂ ਨੇ, ਆਪਣੀਆਂ ਕੁਝ ਲਿਮਟਸ ਹੁੰਦੀਆਂ ਨੇ। ਮੈਂ ਡਾਇਰੈਕਟ ਨਹੀਂ ਕਹਿ ਸਕਦਾ ਪਰਮਿੰਦਰ ਵੀ ਤੁਸੀਂ ਫਲਾਣੇ ਬੰਦੇ ਨੂੰ ਮਾਰਿਆ, ਮੈਂ ਤੁਸੀਂ ਡਾਇਰੈਕਟ ਮੈਨੂੰ ਨਹੀਂ ਕਹਿ ਸਕਦੇ ਵੀ ਹਰਜਿੰਦਰ ਫਲਾਣੇ ਨੇ ਉਹਨੂੰ ਮਾਰਿਆ। ਆਪਾਂ ਕੈਮਰੇ ਦੇ ਸਾਹਮਣੇ, ਠੀਕ ਹੈ ਨਾ, ਔਨ ਦੀ ਰੈਕਡ ਆਪਾਂ ਨਹੀਂ ਕਹਿ ਸਕਦੇ, ਆਫ ਦੀ ਰੈਕਡ ਆਪਾਂ ਕੁਝ ਵੀ ਕਹਿ ਸਕਦੇ ਹਾਂ, ਠੀਕ ਹੈ ਨਾ। ਤਾਂ ਉਸਨੇ ਔਨ ਦੀ ਰੈਕਡ, ਆਫ ਦੀ ਰੈਕਡ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਨੇ। ਤਾਂ ਕਿਤਾਬ ਦੇ ਵਿੱਚ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ, ਉਹਨਾਂ ਨੇ ਪਹਿਲੀ ਗੱਲ ਤਾਂ ਕਿ ਸਿੱਧੂ ਮੂਸੇਵਾਲਾ ਕੋਈ ਆਮ ਮਾਨਸਾ ਦਾ ਕੋਈ ਆਮ ਮੁੰਡਾ ਨਹੀਂ ਸੀ, ਠੀਕ ਹੈ ਨਾ। ਠੀਕ ਹੈ, ਜਦੋਂ ਉਹ ਗਾਇਕੀ ਦੇ ਖੇਤਰ 'ਚ ਆਇਆ ਉਦੋਂ ਆਮ ਸੀ, ਆਮ ਘਰ ਦੇ ਮੁੰਡੇ ਵਾਂਗੂ ਬੀਟੈਕ ਕਰਕੇ ਉਹ ਬਾਹਰ ਗਿਆ। ਉੱਥੇ ਉਸ ਤਰ੍ਹਾਂ ਦਾ ਆਪਦਾ ਰੋਜੀ ਰੋਟੀ ਢਿੱਡ ਪਾਲਣ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜੀ, ਬੇਸਮੈਂਟਾਂ 'ਚ ਰਿਹਾ, ਕਿਰਾਏ ਤੇ ਰਿਹਾ, ਜਿਵੇਂ ਵੀ ਰਿਹਾ। ਨਾਲ ਨਾਲ ਗਾਇਕੀ ਦੇ ਖੇਤਰ 'ਚ ਆਇਆ ਜੀ। ਗਾਇਕੀ ਦੇ ਖੇਤਰ 'ਚ ਜਦੋਂ ਆਇਆ ਤਾਂ ਉਹਨੇ ਦੇਖਿਆ ਵੀ ਗਾਇਕੀ ਦੇ ਉੱਪਰ ਵੀ, ਇਸ ਮਿਊਜ਼ਿਕ ਇੰਡਸਟਰੀ ਦੇ ਉੱਪਰ ਵੀ ਉਹਨਾਂ ਮਾਫੀਆ ਟਾਈਪ ਲੋਕਾਂ ਦਾ ਕਬਜ਼ਾ, ਜਿਨ੍ਹਾਂ ਨੂੰ ਕੁਛ ਨਾ ਕੁਛ ਭੇਂਟ ਦੇਣੀ ਪਊ ਜੀ, ਜਿਨ੍ਹਾਂ ਨੂੰ ਕੁਛ ਨਾ ਕੁਛ ਗਿਫਟ ਦੇ ਰੂਪ 'ਚ ਦੇਣਾ ਪਊ, ਜਿਨ੍ਹਾਂ ਦੇ ਫੋਨ ਕਾਲਸ ਆਉਂਦੇ ਆ ਵੀ ਹਾਂ ਆ ਦੇ, ਇੰਨਾ ਚਾਹੀਦਾ। ਉਹਨੂੰ ਆਪਾਂ ਟੇਢੇ ਢੰਗ ਨਾਲ ਕੁਛ ਵੀ ਕਹਿ ਸਕਦੇ ਹਾਂ, ਸਿੱਧੇ ਢੰਗ ਨਾਲ, ਹਨਾ। ਤਾਂ ਉਹਨੇ ਆਪਣੀ ਕਿਤਾਬ ਦੇ ਵਿੱਚ ਉਹਦੇ ਪਹਿਲੇ ਗੀਤ ਤੋਂ ਲੈ ਕੇ, ਪਹਿਲੀ ਟੇਪ ਤੋਂ ਲੈ ਕੇ ਤੇ ਹੁਣ ਤੱਕ ਦਾ ਸਾਰਾ ਜ਼ਿਕਰ ਕੀਤਾ ਵੀ ਕਿਸ ਤਰ੍ਹਾਂ ਉਹਦੇ ਨਾਲ ਪਹਿਲੇ ਗੀਤ ਵੇਲੇ ਹੀ ਧੋਖਾਧੜੀ ਹੋ ਗਈ ਸੀ। ਸਾਰਾ ਕੁਛ ਮਟੀਰੀਅਲ ਉਹਦਾ ਸੀ, ਮਿਊਜ਼ਿਕ ਉਹਦਾ ਸੀ, ਪਰ ਉਹਨਾਂ ਨੇ ਆਪਦਾ ਲੈਵਲ ਲਾ ਕੇ ਉਸ ਤਰ੍ਹਾਂ ਸਾਰੀ ਗੱਲਬਾਤ ਉਹਨਾਂ ਨੇ ਦੱਸੀ। ਉਹ ਪਾਠਕ ਕਿਤਾਬ ਪੜ੍ਹ ਕੇ ਸਾਰੀ ਆਪੇ ਸਮਝ ਜਾਣਗੇ। ਉਸ ਤੋਂ ਬਾਅਦ ਉਹਨੂੰ ਧਮਕੀਆਂ ਆਉਂਦੀਆਂ ਰਹੀਆਂ, ਠੀਕ ਆ ਨਾ, ਧਮਕੀਆਂ ਦਾ ਜ਼ਿਕਰ ਉਹਨਾਂ ਨੇ ਕੀਤਾ। ਸੋ ਉਹ ਸਾਰੀਆਂ ਪਰਤਾਂ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਖੋਲੀਆਂ ਕਿ ਇੱਕ ਆਮ ਮੁੰਡੇ ਤੋਂ ਲੈ ਕੇ ਤੇ ਇੱਕ ਮੈਚਿਓਰ ਪਰਸਨੈਲਿਟੀ। 295 ਜਿਹੜਾ ਉਹਦਾ ਗੀਤ ਆਇਆ ਸੀ ਨਾ ਪਰਮਿੰਦਰ, 295 ਗੀਤ ਉਹਦੀ ਮੈਚਿਓਰਿਟੀ ਚੋਂ ਨਿਕਲਿਆ ਸੀ। ਜਿਹੜੇ ਉਸ ਤੋਂ ਪਿਛਲੇ ਗੀਤ ਨੇ ਉਹਨਾਂ ਨੂੰ ਆਪਾਂ ਨੌਜਵਾਨ ਪੀੜ੍ਹੀ ਦੇ ਉਸ ਦਾਇਰੇ ਦੇ ਵਿੱਚ ਆਪਾਂ ਰੱਖ ਸਕਦੇ ਹਾਂ। ਬਹੁਤ ਸਾਰੇ ਲੋਕ ਉਸ ਦੀ ਗਾਇਕੀ ਨੂੰ, ਉਹਦੇ ਗੀਤਾਂ ਨੂੰ ਹੋਸ਼ੇਪਣ ਵਾਲੀ ਗਾਇਕੀ ਕਹਿੰਦੇ ਸੀ, ਜਿਨ੍ਹਾਂ ਦੇ ਵਿੱਚ ਕੁਝ ਗੀਤ ਇਸ ਤਰ੍ਹਾਂ ਦੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਹਨਾ, ਜਾਂ ਡਾਲਰਾਂ ਵਾਂਗੂ ਨੀ ਨਾਮ ਤੇਰਾ ਚੱਲਦਾ, ਉਸ ਤਰ੍ਹਾਂ ਦੇ ਜਿਹੜੇ ਗੀਤ ਸੀਗੇ, ਉਹਨਾਂ ਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਹੋਸ਼ੇਪਣ ਦੀ ਨਿਸ਼ਾਨੀ ਆ, ਫੁਕਰੇਪਣ ਦੀ ਨਿਸ਼ਾਨੀ ਆ। ਕਈ ਲੋਕ ਇਹ ਟੈਗ ਲਾਉਂਦੇ। ਪਤਾ ਹਰਜਿੰਦਰ, ਮੈਂ ਇੱਥੇ ਤੁਹਾਡੀ ਗੱਲ ਰੋਕਣਾ ਚਾਹੁੰਦਾ, ਕਿਉਂਕਿ ਜਿਸ ਤਰੀਕੇ ਨਾਲ ਉਹ ਬਾਹਰਲੇ ਵਿਦੇਸ਼ਾਂ 'ਚ ਰਹਿੰਦਾ ਸੀ, ਉੱਥੇ ਉਹਨਾਂ ਦੇ ਲਈ ਉਹ ਚੀਜ਼ਾਂ ਆਮ ਸੀ, ਕਿਉਂਕਿ ਉਹਦੀ ਜਿਹੜੀ ਮੈਂਟੈਲਿਟੀ ਸੀ, ਉਹਦੀ ਸੋਚ ਸੀ, ਉਹ ਉੱਥੇ ਫਿੱਟ ਕਰੀ ਬੈਠਾ ਸੀ। ਜਿਹੜੇ ਉਹ ਲੋਕਾਂ ਨੂੰ ਗੋਰੇ ਕਾਰਾਂ ਦੀ ਗੱਲ ਕਰਦਾ ਸੀ, ਉਹਨਾਂ ਨੂੰ ਉਹ ਚੀਜ਼ ਦੇਣਾ ਚਾਹੁੰਦਾ ਸੀ, ਤੇ ਆਪਣੇ ਨਾਲ ਨੂੰ ਲੱਗਦਾ ਸੀ ਕਿ ਇਹ ਹੋਸ਼ੇਪਣ ਵਾਲੀ ਗੱਲਾਂ ਕਰਦਾ ਹੈ, ਇਹ ਥੋੜ੍ਹਾ ਜਿਹੀਆਂ ਆਪਾਂ ਕਹਿ ਦਿੰਦੇ ਨੇ ਵੀ ਇਹ ਪਾਡਾ ਬਣ ਗਏ, ਪਾਡੇ ਵਾਲੀ ਗੱਲਾਂ ਕਰਦਾ। ਅਸਲ ਦੇ ਵਿੱਚ ਉਹਦੇ ਗੀਤ ਵੀ ਉਹਦੇ ਆਪ ਦੀ ਪਰਸਨੈਲਿਟੀ ਚੋਂ ਨਿਕਲੇ ਸੀ। ਉਹ ਕਿਸੇ ਤੇ ਵਿਅੰਗ ਨਹੀਂ ਕਰਦਾ ਸੀ, ਜਾਂ ਉਹਨੇ ਆਪ ਦੇ ਬਾਰੇ ਹੀ, ਹਨਾ, ਜੋ ਕੁਛ ਉਹ ਲਿਖਦਾ ਸੀ ਵੀ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ, ਹਨਾ, ਉਹ ਆਪਦੀ ਗੱਲ ਹੀ ਕਰਦਾ ਸੀ, ਠੀਕ ਹੈ ਨਾ। ਉਹ ਚਲੋ ਠੀਕ ਹੈ, ਇੱਕ ਦੌਰ ਹੁੰਦਾ, ਕਿਸੇ ਵੇਲੇ ਬੰਦਾ ਕਿਹੋ ਜਿਹੀ ਪ੍ਰਵਿਰਤੀ ਚੋਂ ਲੰਘ ਰਿਹਾ ਹੁੰਦਾ, ਕਿਸੇ ਵੇਲੇ ਕਿਹੋ ਜਿਹਾ ਮਾਹੌਲ ਹੁੰਦਾ ਹੈਗਾ, ਠੀਕ ਹੈ ਨਾ, ਤਾਂ ਬੰਦਾ ਉਹੋ ਜਿਹਾ ਹੀ ਲਿਖਦਾ। ਪਾਲੀ ਦੇਤਵਾਲੀਆ ਦੀ ਗੱਲ ਕਰੀਏ, ਬਹੁਤ ਉਹਨੇ ਧਾਰਮਿਕ ਤੇ ਪਰਿਵਾਰਕ ਭੈਣਾਂ ਭਰਾਵਾਂ ਵਾਲੇ ਗੀਤ ਗਾਏ ਆ, ਪਰ ਪਾਲੀ ਦੇਤਵਾਲੀਏ ਦੇ ਗੀਤ ਚਮਕੀਲੇ ਨੇ ਵੀ ਗਾਏ ਆ। ਪਰ ਜਦੋਂ ਚਮਕੀਲੇ ਨੂੰ ਲਿਖ ਕੇ ਦਿੰਦਾ ਸੀ ਤਾਂ ਉਹੀ ਜਿਹੇ ਤੱਤੇ ਤੱਤੇ ਗੀਤ ਲਿਖ ਕੇ ਦਿੰਦਾ ਸੀ, ਠੀਕ ਹੈ ਨਾ। ਹੁਣ ਇਹ ਗੱਲਾਂ ਬਹੁਤ ਲੋਕ ਘੱਟ ਜਾਣਦੇ ਨੇ, ਪਰ ਪਾਲੀ ਦੇਤਵਾਲੀਏ ਦੀ ਆਪਦੀ ਜਿਹੜੀ ਛਵੀ ਆ ਲੋਕਾਂ ਦੇ ਵਿੱਚ, ਉਹ ਭੈਣਾਂ ਭਰਾਵਾਂ ਵਾਲੇ, ਮਾਵਾਂ ਪੁੱਤਾਂ ਵਾਲੇ ਗੀਤਾਂ ਦੇ ਤੌਰ ਤੇ ਬਣੀ ਹੋਈ ਆ ਵੀ ਹਾਂਜੀ, ਬੜੇ ਪਰਿਵਾਰਕ ਭੈਣਾਂ ਭਰਾਵਾਂ ਦੇ ਗੀਤ ਮਾਵਾਂ ਪੁੱਤਾਂ ਦੇ ਗਾਉਂਦਾ, ਪਰ ਉਹਨਾਂ ਨੇ ਉਹ ਤੱਤੇ ਤੱਤੇ ਗੀਤ ਨਹੀਂ ਨਾ ਸੁਣੇ। ਸੋ ਇਸ ਕਰਕੇ ਹਰ ਇੱਕ ਬੰਦਾ ਕਿਹੋ ਜਿਹੇ ਮਾਹੌਲ ਚੋਂ, ਕਿਹੜੀ ਪ੍ਰਵਿਰਤੀ ਚੋਂ ਲੰਘ ਰਿਹਾ, ਇਹ ਨਹੀਂ ਕੋਈ ਜਾਣਦਾ ਹੁੰਦਾ, ਹਨਾ। ਸੋ ਇਸ ਕਰਕੇ ਮੂਸੇਵਾਲੇ ਨਾਲ ਜੋ ਵੀ ਹੋਇਆ, ਉਹ ਸਾਰਾ ਵੇਰਵਾ ਉਸ ਕਿਤਾਬ ਦੇ ਵਿੱਚ ਪਰਮਿੰਦਰ ਹੈ ਜੀ। ਬਿਲਕੁਲ ਹਰਜਿੰਦਰ, ਉਸ ਕਿਤਾਬ ਦੇ ਵਿੱਚ, ਉਸ ਕਿਤਾਬ ਦੀ ਨਜ਼ਰੀਏ ਨਾਲ ਜੇ ਆਪਾਂ ਗੱਲ ਕਰੀਏ ਕਿ ਉਹਦੇ ਵਿੱਚ ਜਿਸ ਤਰੀਕੇ ਨਾਲ ਕਿਹਾ ਗਿਆ ਵੀ ਗੈਂਗਸਟਰਾਂ ਨਾਲ ਸੰਬੰਧ ਸੀ, ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਹ ਗੈਂਗਸਟਰਾਂ ਦੇ ਨਾਲ ਕੋਈ ਸੰਬੰਧ ਸੀ ਜਾਂ ਉਹਨਾਂ ਦੇ ਨਾਲ ਕੋਈ ਗੱਲਬਾਤ ਹੁੰਦੀ ਸੀ। ਪਰਮਿੰਦਰ, ਉਹਨਾਂ ਨੇ ਜਿੱਥੋਂ ਤੱਕ ਖੋਜ ਕੀਤੀ ਆ, ਜਿੰਨੇ ਉਹ ਅਫਸਰਾਂ ਨੂੰ ਮਿਲੇ ਆ, ਮੈਂ ਉਹਨਾਂ ਦੀ ਕਿਤਾਬ ਦੇ ਹਵਾਲੇ ਤੋਂ ਇਹ ਗੱਲ ਕਰਦਾ। ਜਪਿੰਦਰਜੀਤ ਸਿੰਘ ਦੇ ਖੁਦ ਦੇ ਬੋਲ ਨੇ ਕਿ ਮੈਂ ਜਿੱਥੋਂ ਤੱਕ ਰਿਸਰਚ ਕੀਤੀ ਕਿ ਅੱਜ ਤੱਕ ਦੋਨੇ ਸਰਕਾਰਾਂ, ਪਿਛਲੀ ਸਰਕਾਰ ਕਾਂਗਰਸ ਦੀ, 1 ਸਾਲ ਆਹ
ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਦੋਨੇ ਸਰਕਾਰਾਂ ਅੱਜ ਤੱਕ ਕੋਈ ਵੀ ਫੋਟੋਗ੍ਰਾਫ, ਕੋਈ ਵੀ WhatsApp ਚੈਟਿੰਗ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਾਲ ਰਿਕਾਰਡਿੰਗ, ਕੋਈ ਵੀ ਪ੍ਰੂਫ ਇਹ ਨਹੀਂ ਦੇ ਸਕੇ ਵੀ ਪਹਿਲੇ ਦਿਨ ਤੋਂ ਲੈ ਕੇ ਟਿਲ ਐਂਡ ਮੂਸੇਵਾਲੇ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਸੰਬੰਧ ਸੀ। ਕਿਸੇ ਕੋਲੇ ਉੱਠਦਾ ਬੈਠਦਾ ਹੋਊਗਾ, ਕਿਸੇ ਨਾਲ ਗੱਲ ਕਰਦਾ ਹੋਊਗਾ, ਕਿਸੇ ਨੂੰ ਕੋਈ ਲੈਣ ਦੇਣ ਪੈਸੇ ਟੱਕੇ ਦਾ ਕੁਝ ਵੀ ਅੱਜ ਤੱਕ ਪ੍ਰੂਫ ਨਹੀਂ ਕਰ ਸਕਿਆ ਪ੍ਰਸ਼ਾਸਨ ਜੀ। ਠੀਕ ਹੈ ਨਾ। ਈਵਨ ਕਿ ਇਹ ਸਵਾਲ ਮੂਸੇਵਾਲੇ ਦੇ ਮੰਮੀ ਡੈਡੀ ਨੇ ਵੀ ਪੁੱਛਿਆ ਵੀ ਸਾਡਾ ਪੁੱਤ ਜੇਕਰ ਗੈਂਗਸਟਰਾਂ ਨਾਲ ਉੱਠਦਾ ਬਹਿੰਦਾ ਸੀ, ਗੈਂਗਸਟਰਾਂ ਨਾਲ ਸੰਬੰਧ ਤੁਸੀਂ ਕਹਿੰਦੇ ਹੋ ਹੈਗੇ ਸੀ, ਤਾਂ ਸਾਨੂੰ ਕੋਈ ਸਬੂਤ ਤਾਂ ਦੇ ਦਿਓ, ਸਾਨੂੰ ਪ੍ਰੂਫ ਕਰ ਦਿਓ, ਅਸੀਂ ਚੁੱਪ ਕਰਕੇ ਘਰੇ ਬਹਿ ਜਾਾਂਗੇ, ਅਸੀਂ ਅੱਜ ਤੋਂ ਬਾਅਦ ਕਦੇ ਇਨਸਾਫ ਨਹੀਂ ਮੰਗਾਂਗੇ। ਪਰ ਉਹ ਪ੍ਰੂਫ ਨਹੀਂ ਕਰ ਸਕੇ। ਹਾਂ, ਉਹਨਾਂ ਨੇ ਇਹ ਜ਼ਰੂਰ ਸਵਾਲ ਉਠਾਇਆ ਕਿ ਮੂਸੇਵਾਲੇ ਨੂੰ ਥ੍ਰੈਟਸ ਆਉਂਦੇ ਰਹਿੰਦੇ ਸੀ, ਧਮਕੀਆਂ ਆਉਂਦੀਆਂ ਰਹਿੰਦੀਆਂ ਸੀ। ਧਮਕੀਆਂ ਉਹ ਇੱਕ ਸੁਭਾਵਿਕ ਜੀ ਗੱਲ ਆ, ਜਦੋਂ ਇੰਡਸਟਰੀ ਦੇ ਵਿੱਚ ਕੋਈ ਬੰਦਾ ਉੱਠਦਾ ਨਾ 1990-92 ਦੇ ਦੌਰ ਤੋਂ ਬਾਅਦ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਇਹਦੇ ਉੱਪਰ ਮਾਫੀਆ ਦਾ ਲਗਭਗ ਦਬਦਬਾ ਰਿਹਾ। ਠੀਕ ਆ ਨਾ। ਮਾਫੀਆ ਨੂੰ ਚੜਾਵੇ ਚੜਾਉਣੇ ਪੈਂਦੇ ਆ। ਠੀਕ ਆ ਨਾ। ਤੇ ਇੰਡਸਟਰੀ ਦੇ ਵਿੱਚ ਜਦੋਂ ਬੰਦਾ ਇੱਕੋ ਤਾਂ ਮੂਸੇਵਾਲੇ ਦਾ ਸੁਭਾਅ ਸੀ ਵੀ ਉਹ ਹਿੱਕ ਦੇ ਜ਼ੋਰ ਤੇ ਚੱਲਦਾ ਸੀ ਵੀ ਆਪਾਂ ਕਿਸੇ ਨੂੰ ਵੀ ਆਪਾਂ ਆਪਦੇ ਹਨਾ ਵੀ ਆਪਾਂ ਆਪਦੇ ਪੈਰਾਂ ਤੇ ਖੁਦ ਉੱਠੇ ਆ, ਆਪਾਂ ਆਪਦੀ ਮਿਹਨਤ ਕਰਕੇ ਉੱਠੇ ਆ, ਮੈਂ ਕਿਸੇ ਸਾਲੇ ਨੂੰ ਕਿਉਂ ਦੇਵਾਂ। ਠੀਕ ਆ ਨਾ। ਇਹ ਉਹਨਾਂ ਦੀ ਆਪਦੀ ਸੀ, ਇੱਕ ਮੈਂਟੈਲਿਟੀ ਸੀ। ਠੀਕ ਆ ਨਾ। ਤਾਂ ਉਹ ਉਸ ਕਰਕੇ ਸ਼ਾਇਦ ਉਹਨੂੰ ਧਮਕੀਆਂ ਆਉਂਦੀਆਂ ਰਹਿੰਦੀਆਂ ਸੀ, ਥ੍ਰੈਟ ਕਰਦੇ ਸੀ। ਠੀਕ ਹੈ ਨਾ। ਮਾਫੀਆ ਥ੍ਰੈਟ ਕਰਦਾ ਹੀ ਆ, ਸਾਰਿਆਂ ਨੂੰ ਕਰਦਾ ਗਾ। ਠੀਕ ਹੈ ਨਾ। ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਦਬਣ ਵਾਲਾ ਨਹੀਂ ਸੀਗਾ। ਸ਼ਾਇਦ ਇਸੇ ਕਰਕੇ ਹੀ ਜਿਹੜਾ ਉਹਨੂੰ ਇਸ ਦਾ ਖਾਮਿਆਜਾ ਭੁਗਤਣਾ ਪਿਆ। ਠੀਕ ਹੈ ਨਾ। ਤਾਂ ਜਿਹੜੀ ਤੁਸੀਂ ਕਹੀ ਹੈ ਗੱਲ ਗੈਂਗਸਟਰਵਾਦ ਵਾਲੀ, ਇਹ ਤਾਂ ਅੱਜ ਤੱਕ ਪ੍ਰਸ਼ਾਸਨ ਵੀ ਹਲੇ ਤੱਕ, ਪੁਲਿਸ ਡਿਪਾਰਟਮੈਂਟ, ਨਾ NIA, ਨਾ ਗਵਰਨਮੈਂਟ, ਠੀਕ ਹੈ ਨਾ, ਕੋਈ ਵੀ ਅੱਜ ਤੱਕ ਇਹ ਪ੍ਰੂਫ ਨਹੀਂ ਕਰ ਸਕਿਆ। ਜਿਸ ਤਰੀਕੇ ਨਾਲ ਹਰਜਿੰਦਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਦੇ ਵਿੱਚ ਹੁੰਦੀ ਆ, ਉਹ ਸ਼ਰਮ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਅਸੀਂ ਕੀਤਾ ਹੈ, ਅਸੀਂ ਕਰਵਾਇਆ ਹੈ। ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਉਹਦੀ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਸ ਤਰੀਕੇ ਤੇ ਆਪਾਂ ਗੱਲ ਕਰੀਏ, ਕੀ ਲੱਗਦਾ ਕਿ ਉਹਦੇ ਵਿੱਚ ਕੋਈ ਗੱਲ ਹੈ? ਬਿਲਕੁਲ ਪਰਮਿੰਦਰ, ਜੁਪਿੰਦਰਜੀਤ ਜੀਆਂ ਨੇ ਵੀ ਇਹ ਕਿਤਾਬ ਦੇ ਵਿੱਚ ਗੱਲ ਲਿਖੀ ਆ ਕਿ 2-3 ਘਟਨਾਕ੍ਰਮ ਇਕੱਠੇ ਹੁੰਦੇ ਆ, ਉਹਨਾਂ ਦੇ ਪਿੱਛੇ ਕੀ ਮਕਸਦ ਹੈ ਉਹ ਤਾਂ ਉਹਦੇ ਪਿੱਛੇ ਜਿਹੜੀ ਪਾਵਰ ਖੜੀ ਹੈ ਉਹੀ ਜਾਣਦੀ ਹੈ। ਪਹਿਲਾਂ ਲਾਰੈਂਸ ਦੀ ਇੰਟਰਵਿਊ ਹੁੰਦੀ ਆ, ਜਸਵਿੰਦਰ ਪਟਿਆਲ, ਉਹ ਕਾਫੀ ਨਾਮੀ ਪੱਤਰਕਾਰ ਨੇ ਜਿਨ੍ਹਾਂ ਨੇ ਕੀਤੀ ਆ। ਠੀਕ ਹੈ ਨਾ। ਉਸ ਇੰਟਰਵਿਊ ਦੇ ਵਿੱਚ ਉਹ ਸ਼ਰੇਆਮ ਕਹਿੰਦੇ ਨੇ ਕਿ ਮੂਸੇਵਾਲੇ ਨੂੰ ਅਸੀਂ ਮਾਰਿਆ। ਠੀਕ ਹੈ ਨਾ। ਉਹ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਨੇ। ਉਹ ਇਹ ਗੱਲ ਵੀ ਕਹਿੰਦੇ ਆ ਕਿ ਜੇ ਉੱਥੇ ਜਵਾਰਕੇ ਪਿੰਡ 'ਚ ਨਾ ਮਾਰਿਆ ਜਾਂਦਾ ਤਾਂ ਅਸੀਂ ਤਾਂ ਇਹ ਇੱਕ ਤਰ੍ਹਾਂ ਦਾ ਸਾਰਾ ਪਲਾਨ ਬਣਾਏ ਸੀ, ਨਹੀਂ ਘਰੇ ਜਾ ਕੇ ਮਾਰਦੇ ਅਸੀਂ। ਠੀਕ ਹੈ। ਉਹ ਸਾਰੀਆਂ ਗੱਲਾਂ, ਸਾਰੀ ਇੰਟਰਵਿਊ ਸਭ ਨੇ ਦੇਖੀ ਆ, YouTube ਤੇ ਪਈ ਆ। ਤਾਂ ਉਹਦੇ ਵਿੱਚ ਦੂਸਰੀ ਗੱਲ ਇਹ ਆ ਕਿ ਪਹਿਲੀ ਗੱਲ ਮੇਰੇ ਖਿਆਲ ਦੇ ਵਿੱਚ, ਮੇਰੀ ਸੁਰਤ ਦੇ ਵਿੱਚ, ਪੱਤਰਕਾਰਤਾ ਦੀ ਸੁਰਤ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਜੇਲ੍ਹ 'ਚੋਂ ਕੋਈ ਇੰਟਰਵਿਊ ਹੋ ਰਹੀ ਆ। ਤੁਸੀਂ ਵੀ ਦੇਖਿਆ ਹੋਣਾ, ਜੇਲ੍ਹ ਦੇ ਵਿੱਚ ਇੰਨੀਆਂ ਸਖਤਾਈਆਂ ਹੁੰਦੀਆਂ, ਉੱਥੇ ਕੋਈ ਨੈਟ ਨਹੀਂ ਚੱਲਦਾ, ਉੱਥੇ ਇੱਕ ਸੂਈ ਵੀ ਤੁਸੀਂ ਅੰਦਰ ਲੈ ਕੇ ਨਹੀਂ ਜਾ ਸਕਦੇ। ਤੇ ਬਠਿੰਡਾ ਦੀ ਜੇਲ੍ਹ ਤਾਂ ਆਪਣੇ ਆਪ ਦੇ ਵਿੱਚ ਹਾਈ ਸਿਕਿਉਰਿਟੀ ਜੇਲ੍ਹ ਮੰਨੀ ਜਾਂਦੀ ਆ। ਤਾਂ ਉੱਥੇ ਜੇ ਇੱਕ ਪੱਤਰਕਾਰ ਦੀ ਭਾਵੇਂ ਵੀਡੀਓ ਕਾਲਿੰਗ ਦੇ ਥਰੂ, ਭਾਵੇਂ ਕਿਵੇਂ ਵੀ ਅਗਰ ਇੰਟਰਵਿਊ ਹੁੰਦੀ ਹੈ, ਤਾਂ ਆਪਣੇ ਆਪ ਦੇ ਵਿੱਚ ਡਿਪਾਰਟਮੈਂਟ ਤੇ, ਪੁਲਿਸ ਡਿਪਾਰਟਮੈਂਟ ਤੇ, ਜੇਲ੍ਹ ਪ੍ਰਸ਼ਾਸਨ ਤੇ ਵੱਡਾ ਸਵਾਲ ਹੈ। ਠੀਕ ਹੈ ਨਾ। ਅੱਜ ਤੱਕ ਜੁਪਿੰਦਰਜੀਤ ਇਹ ਵੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਮੈਂ ਬਹੁਤ ਸਾਰੀ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਇਹ ਕੋਈ ਪ੍ਰੂਫ ਮਿਲ ਜੇ ਵੀ ਕਿ ਵਾਕਈ ਉਹ ਇੰਟਰਵਿਊ ਜੇਲ੍ਹ 'ਚ ਹੋਈ ਆ। ਤਾਂ ਕਹਿੰਦਾ ਵੀ ਮੈਨੂੰ ਹਾਲੇ ਤੱਕ ਕੋਈ ਪ੍ਰੂਫ ਨਹੀਂ ਮਿਲਿਆ, ਮੈਨੂੰ ਹਾਲੇ ਤੱਕ ਇਹ ਕੋਈ ਸਾਬਤ ਨਹੀਂ ਹੋਇਆ ਵੀ ਉਹ ਵਾਕਈ ਜੇਲ੍ਹ 'ਚ ਹੋਈ ਆ। ਪਹਿਲੀ ਗੱਲ, ਤੁਸੀਂ ਉਹ ਇੰਟਰਵਿਊ ਦੁਬਾਰਾ ਦੇਖਿਓ ਪਰਮਿੰਦਰ, ਜੇਲ੍ਹ ਦੇ ਵਿੱਚ ਇੱਕ ਨੋਇਜ਼ ਪੋਲਿਊਸ਼ਨ ਹੁੰਦਾ, ਪਿੱਛੇ ਸ਼ੋਰ ਸ਼ਰਾਬਾ ਹੋ ਰਿਹਾ ਹੁੰਦਾ, ਉਸ ਤਰ੍ਹਾਂ ਦਾ এনवायरमेंट, ਉਸ ਤਰ੍ਹਾਂ ਦਾ ਮਾਹੌਲ ਨਹੀਂ ਹੁੰਦਾ ਵੀ ਇੰਟਰਵਿਊ ਹੋ ਸਕੇ। ਆਪਾਂ ਵੀ ਇੱਥੇ ਇੱਕ ਬੰਦ ਸਟੂਡੀਓ ਦੇ ਵਿੱਚ ਬੈਠੇ ਹਾਂ ਤਾਂ ਇੰਨੇ ਸੌਖੇ ਤਰੀਕੇ ਨਾਲ ਗੱਲ ਹੋ ਰਹੀ ਹੈ। ਠੀਕ ਹੈ ਨਾ। ਸੈਕੰਡ, ਉਸ ਤਰ੍ਹਾਂ ਦੀ ਰੌਸ਼ਨੀ, ਉਸ ਤਰ੍ਹਾਂ ਦੀ ਲਾਈਟਸ ਨਹੀਂ ਹੁੰਦੀਆਂ ਉੱਥੇ ਵੀ ਫੇਸ ਚੰਗੀ ਤਰ੍ਹਾਂ ਦਿਖੇ। ਤਾਂ ਉਹ ਕਿਤੇ ਨਾ ਕਿਤੇ ਲੇਖਕ ਕਹਿੰਦਾ ਕਿਤਾਬ ਦਾ ਕਿ ਮੈਨੂੰ ਇਹ ਲੱਗਦਾ, ਮੇਰੇ ਨਜ਼ਰੀਏ ਤੋਂ ਮੈਨੂੰ ਇਹ ਡਾਊਟ ਪੈਂਦਾ ਵੀ ਉਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ ਹੈ, ਕਿਤੇ ਹੋਰ ਲੋਕੇਸ਼ਨ ਦੀ ਹੈ। ਉਹ ਹੁਣ ਡਿਪਾਰਟਮੈਂਟ ਕਹਿੰਦਾ ਕਿ ਸਾਡੀ ਇਨਕੁਆਇਰੀ ਚੱਲ ਰਹੀ ਹੈ ਇਸ ਗੱਲ ਦੀ। ਪਹਿਲੀ ਗੱਲ ਤਾਂ ਉਸ ਘਟਨਾ ਨੂੰ 3 ਮਹੀਨੇ ਹੋ ਗਏ, ਮਾਰਚ ਦੀ ਇਹ ਘਟਨਾ ਹਨਾ, 3 ਮਹੀਨੇ ਹੋ ਗਏ। 3 ਮਹੀਨਿਆਂ 'ਚ ਡਿਪਾਰਟਮੈਂਟ ਦੀ ਰਿਸਰਚ ਨਹੀਂ ਹੋਈ, ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਵੀ ਉਹ ਇੰਟਰਵਿਊ ਹੋਈ ਕਿੱਥੇ ਹੈ ਨਾ। ਆਪਣੇ ਆਪ ਦੇ ਉੱਤੇ ਪ੍ਰਸ਼ਾਸਨ ਤੇ ਡਿਪਾਰਟਮੈਂਟ ਤੇ ਕਿੱਡਾ ਵੱਡਾ ਸਵਾਲ ਖੜੇ ਹੁੰਦੇ ਨੇ, ਸ਼ਰਮਨਾਕ ਸਵਾਲ ਆ। ਠੀਕ ਹੈ ਨਾ। ਲੋਕਾਂ ਨੂੰ
ਜਵਾਬ ਤਾਂ ਦੇਣਾ ਪੈਣਾ, ਜਵਾਬਦੇਹੀ ਡਿਪਾਰਟਮੈਂਟ ਦੀ ਹੈ ਜੀ। ਦੂਸਰੀ ਗੱਲ ਉਹਦੇ ਵਿੱਚ ਲਾਰੈਂਸ ਕਹਿੰਦਾ ਵੀ ਅਸੀਂ ਮਾਰਿਆ, ਠੀਕ ਹੈ ਨਾ, ਸਾਡੀ ਉਹਦੇ ਨਾਲ ਚਲੋ ਖੁੰਦਕ ਸੀ, ਜੇ ਸੀ ਉਹ ਸੀ ਸਮਥਿੰਗ, ਸਾਰੀਆਂ ਗੱਲਾਂ ਉਹ ਕਹਿੰਦਾ ਗਾ, ਠੀਕ ਹੈ ਨਾ। ਤਾਂ ਅੱਜ ਤੱਕ ਪੁਲਿਸ ਡਿਪਾਰਟਮੈਂਟ ਨਾ ਕੋਈ ਆਪਣਾ ਕੋਈ ਹੋਰ ਇਨਵੈਸਟੀਗੇਸ਼ਨ ਦਾ ਅਧਿਕਾਰੀ, ਲਾਰੈਂਸ ਜਿੱਥੇ ਵੀ ਹੈ, ਜਿਹੜੀ ਜੇਲ੍ਹ 'ਚ ਵੀ ਹੈਗਾ, ਕਦੇ ਕਹਿੰਦੇ ਜੀ ਉਹ ਗੁਜਰਾਤ ਤੋਂ ਲੈ ਗਏ, ਕਦੇ ਕਹਿੰਦੇ NIA ਵਾਲੇ ਲੈ ਗਏ, ਕਿ ਉੱਥੇ ਜਾ ਕੇ ਕੋਈ ਇੱਕ ਦਿਨ ਦਾ ਕੋਈ 1 ਘੰਟੇ ਦਾ ਸਮਾਂ ਲੈ ਕੇ ਲਾਰੈਂਸ ਤੋਂ ਇਹ ਨਹੀਂ ਪੁੱਛ ਸਕੇ ਵੀ ਦੱਸ ਭਾਈ ਤੂੰ ਸ਼ਰਿਆਮ ਇੰਟਰਵਿਊ 'ਚ ਕਿਹਾ ਵੀ ਅਸੀਂ ਮਾਰਿਆ, ਕਿਹੜੇ ਕਿਹੜੇ ਬੰਦੇ ਇਨਵੋਲਵ ਸੀ, ਠੀਕ ਹੈ ਨਾ। ਉਹ ਇੰਟਰਵਿਊ ਤੋਂ ਕਿੱਥੇ ਬੈਠ ਕੇ ਕੀਤੀ, ਇਹਨਾਂ ਦਾ ਹੱਕ ਨਹੀਂ ਬਣਦਾ, ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਹੈ। ਜਾਂ ਤਾਂ ਡਿਪਾਰਟਮੈਂਟ ਕਰਨਾ ਨਹੀਂ ਚਾਹੁੰਦਾ ਜਾਂ ਫਿਰ ਦੱਸਣਾ ਨਹੀਂ ਚਾਹੁੰਦਾ, ਠੀਕ ਹੈ ਨਾ। ਸਾਰੇ ਹੀ ਇਸ ਤੇ ਕੰਨ ਝਾੜਦੇ ਆਪਾਂ ਦੇਖੇ ਗਏ ਆ, ਸਰਕਾਰ ਦਾ ਵੀ ਕੋਈ ਸਟੇਟਮੈਂਟ ਨਹੀਂ ਆਈ, ਠੀਕ ਹੈ ਨਾ। ਉਹਨਾਂ ਦਿਨਾਂ ਦੇ ਵਿੱਚ ਇਸੇ ਗੱਲ ਨੂੰ ਲੁਕਾਉਣ ਵਾਸਤੇ, ਇਸੇ ਕਾਲੇ ਮਾਲੇ ਨੂੰ ਉਹ ਕਰਨ ਵਾਸਤੇ, ਲੋਕਾਂ ਦੇ ਦਿਮਾਗ ਚੋਂ ਕੱਢਣ ਵਾਸਤੇ ਫਿਰ ਉਹ ਅੰਮ੍ਰਿਤਪਾਲ ਵਾਲਾ ਮਸਲਾ ਹੋ ਗਿਆ ਸੀ, ਚਲੋ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ, ਠੀਕ ਹੈ ਨਾ। ਪਰ ਜੁਪਿੰਦਰ ਕਹਿੰਦਾ ਹੈ ਕਿ ਇਸ ਦੇ ਪਿੱਛੇ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਇੱਕ ਗੱਲ ਤੱਥ ਸਾਹਮਣੇ ਲੈ ਕੇ ਆਉਂਦਾ ਨਾ ਵੀ ਅਸੀਂ ਮਾਰਿਆ, ਤਾਂ ਉਹਦੇ ਪਿੱਛੇ ਕੋਈ ਪਾਵਰ ਹੁੰਦੀ ਆ ਜੀ, ਠੀਕ ਹੈ ਨਾ। ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸਿੱਧਾ ਹਿੱਕ ਠੋਕ ਕੇ ਕਹੇ ਐਡੀ ਵੱਡੀ ਪਰਸਨੈਲਿਟੀ ਨੂੰ ਅਸੀਂ ਮਾਰਿਆ, ਤਾਂ ਉਹ ਆਪਦੇ ਦਮ ਤੇ ਥੋੜੀ ਕਹਿ ਰਿਹਾ, ਪਿੱਛੇ ਕੋਈ ਪਾਵਰ ਖੜੀ ਹੁੰਦੀ ਹੈ। ਉਹ ਪਾਵਰ ਬੇਸ਼ੱਕ ਕਿਸੇ ਸੱਤਾ ਧਿਰ ਦੀ ਹੋਵੇ, ਉਹ ਪਾਵਰ ਬੇਸ਼ੱਕ ਕਿਸੇ ਆਪਣਾ ਇਸ ਦੀ ਏਜੰਸੀ ਦੀ ਹੋਵੇ, ਕੌਣ ਨੇ ਉਹ ਪਾਵਰਾਂ, ਭਾਵੇਂ ਕੋਈ ਹੋਰ ਕੋਈ ਵਰਲਡ ਪੱਧਰ ਦਾ ਮਾਫੀਆ ਹੋਵੇ ਜਿਹੜਾ ਉਹਨਾਂ ਨੂੰ ਪੁਸ਼ ਕਰ ਰਿਹਾ। ਕੋਈ ਬੰਦਾ ਜਦੋਂ ਪੁਸ਼ ਕਰਦਾ ਨਾ, ਪਿੱਛੇ ਤੋਂ ਧੱਕਾ ਲਾਉਂਦਾ, ਫਿਰ ਹੀ ਅਗਲੇ ਦੇ ਵਿੱਚ ਜਾ ਕੇ ਅਗਲਾ ਵੱਜਦਾ ਗਾ। ਤਾਂ ਉਹ ਇਹ ਸ਼ੰਕੇ ਜ਼ਾਹਿਰ ਕਰਦੇ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਨੂੰ ਤਾਂ ਸਿਰਫ ਵਰਤਿਆ ਜਾ ਰਿਹਾ। ਕਿੰਨਾ ਵੱਲੋਂ ਵਰਤਿਆ ਜਾ ਰਿਹਾ? ਜਿਹੜੇ ਕਿਤੇ ਨਾ ਕਿਤੇ ਮੂਸੇਵਾਲੇ ਨੂੰ ਇਹ ਚਾਹੁੰਦੇ ਸੀ ਵੀ ਇਹਨੂੰ ਪਹਿਲਾਂ ਉਹ ਧਮਕੀਆਂ ਦੇ ਦੇ ਕੇ ਬਿਠਾਉਣਾ ਚਾਹੁੰਦੇ ਸੀ, ਦਬਾਉਣਾ ਚਾਹੁੰਦੇ ਸੀ। ਜਦੋਂ ਧਮਕੀਆਂ ਤੱਕ ਉਹਨੇ ਪਰਵਾਹ ਨਹੀਂ ਕੀਤੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਇਹਨੂੰ ਇਹ ਧਮਕੀਆਂ ਤੋਂ ਲੋਟ ਨਹੀਂ ਆ ਰਿਹਾ, ਹੁਣ ਇਹਨੂੰ ਆਪਾਂ ਮਾਰਨਾ ਹੀ ਪੈਣਾ, ਤਾਂ ਕਤਲ ਕਰਨਾ ਪੈਣਾ। ਤਾਂ ਉਹ ਪਾਵਰਾਂ ਲਾਰੈਂਸ ਬਿਸ਼ਨੋਈ ਨੂੰ ਸਿਰਫ ਵਰਤ ਰਹੀਆਂ ਨੇ, ਉਹਨਾਂ ਪਾਵਰਾਂ ਨੇ ਉਹਦੇ ਮੂੰਹੋਂ ਇਹ ਗੱਲ ਕਹਾਈ ਆ ਵੀ ਹਾਂ ਅਸੀਂ ਮਾਰਿਆ। ਬਿਲਕੁਲ ਹਰਜਿੰਦਰ, ਤੁਹਾਡੇ ਜੇ ਆਪਾਂ ਗੱਲ ਕਰੀਏ ਜਾਂ ਉਹ ਕਿਤਾਬ ਦੇ ਹਵਾਲੇ ਤੋਂ ਆਪਾਂ ਗੱਲ ਕਰੀਏ, ਤੁਹਾਨੂੰ ਕੀ ਲੱਗਦਾ, ਚਲੋ ਆਪਣੇ ਹਵਾਲੇ ਤੋਂ ਵੀ ਗੱਲ ਕਰੀਏ, ਕੀ ਲੱਗਦਾ ਕਿ ਇਹ ਰਾਜਨੀਤਿਕ ਕਤਲ ਹੈ ਜਾਂ ਕੋਈ ਗੈਂਗਸਟਰਵਾਦ, ਜਾਂ ਆਪਾਂ ਤੀਜੇ ਪਾਸੇ ਗੱਲ ਕਰੀਏ ਵੀ ਇਹ ਇੰਡਸਟਰੀ ਦੇ ਵਿੱਚ ਕੀਤਾ ਗਿਆ, ਤੇ ਪਿਛਲੇ ਤਰੀਕੇ ਨਾਲ ਗੱਲਾਂ ਕਰੀਏ ਕਿ ਪਿਛਲੇ ਸਮਿਆਂ ਤੋਂ ਕਿ ਆਪਾਂ ਜਿਸ ਤਰੀਕੇ ਨਾਲ ਗੱਲ ਕਰਦੇ ਸੀ ਕਿ 1991-92 ਤੋਂ ਲੈ ਕੇ ਮਾਫੀਆ ਦਾ ਕਬਜ਼ਾ ਰਿਹਾ, ਤੁਹਾਨੂੰ ਕੀ ਲੱਗਦਾ ਵੀ ਇਹਦੇ ਪਿੱਛੇ ਕੌਣ ਮੇਨ ਕਾਰਨ ਹੋ ਸਕਦਾ? ਪਰਮਿੰਦਰ, ਕੋਈ ਦੋ ਰਾਏ ਨਹੀਂ ਕਿ ਸਿੱਧੂ ਮੂਸੇਵਾਲਾ ਇੰਡਸਟਰੀ ਦੇ ਵਿੱਚ ਤਾਂ ਇੱਕ ਇਸ ਤਰ੍ਹਾਂ ਦਾ ਛੋਟੀ ਉਮਰ ਦੇ ਵਿੱਚ ਇੱਕ ਚਿਹਰਾ ਬਣ ਗਿਆ ਸੀ ਜਿਹਨੇ, ਜੇ ਕਹੀਏ ਵੀ ਖੱਬੀ ਖਾਣ ਖੂੰਜੇ ਲਾਤੇ ਸੀ। ਉਹਨੇ ਆਪਦੇ ਗੀਤ 'ਚ ਵੀ ਕਿਹਾ ਇਹ ਖੱਬੀ ਖਾਣ ਖੂੰਜੇ ਲਾਤੇ ਮਿੱਠੀਏ, ਠੀਕ ਹੈ ਨਾ, ਮੈਂ ਚੱਲਣੋਂ ਹਟਾ ਤੇ ਮਿੱਠੀਏ, ਉਹ ਗੀਤ ਆਇਆ ਸੀ ਉਸਦਾ, ਹਨਾ, ਤੇਰੇ ਉੱਤੇ ਇੰਨਾ ਕਾਹਤੋਂ ਲੱਗਦੇ। ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮੂਸੇਵਾਲੇ ਨੇ ਵਰਲਡ ਵਾਈਡ ਪਹਿਚਾਣ ਬਣਾਈ ਆ। ਬਿਲਕੁਲ, ਹੋਰ ਗਾਇਕਾਂ ਦੀ ਵੀ ਹੈ ਆਪਣੀ ਪਹਿਚਾਣ, ਆਪਣੀ ਛਵੀ, ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਜਾਂ ਉਹਨਾਂ ਨੂੰ ਆਪਾਂ ਡਿਨਾਈ ਨਹੀਂ ਕਰਦੇ, ਉਹਨਾਂ ਦੀ ਵੀ ਆਪਣੀ ਪਹਿਚਾਣ ਆ, ਠੀਕ ਹੈ ਨਾ। ਪਰ ਇਹਦੀ ਜਿਹੜੀ ਪਹਿਚਾਣ ਬਣੀ ਹੈ ਛੋਟੀ ਉਮਰ 'ਚ ਵੱਖਰੀ, ਠੀਕ ਹੈ ਨਾ। ਤਾਂ ਜਿਹੜਾ ਬੰਦਾ ਅਲੱਗਾ ਚੱਲਦਾ ਹੋਵੇ ਨਾ, ਜਿਹੜਾ ਬਲਦ ਪਾੜਾ ਪਾੜਦਾ ਹੋਵੇ, ਉਹ ਰੜਕਦਾ ਹੁੰਦਾ ਕਿਤੇ ਨਾ ਕਿਤੇ, ਠੀਕ ਹੈ ਨਾ। ਤਾਂ ਕਿਤੇ ਨਾ ਕਿਤੇ ਇੰਡਸਟਰੀ ਦੇ ਉੱਪਰ ਜਿਨ੍ਹਾਂ ਦਾ ਕਬਜ਼ਾ ਹੈ, ਜਾਂ ਉਹ ਮਾਫੀਆ ਲੋਕ ਜਿਨ੍ਹਾਂ ਦਾ ਕਬਜ਼ਾ ਹੈ, ਜਿਨ੍ਹਾਂ ਨੂੰ ਉਹ ਰੜਕਦਾ ਸੀ, ਉਹਨਾਂ ਨੂੰ ਵੀ ਇਹ ਰੜਕਦਾ ਸੀ, ਕਿਤੇ ਨਾ ਕਿਤੇ ਚਾਹੁੰਦੇ ਸੀ ਵੀ ਇਹ ਵੱਖਰਾ ਚੱਲਦਾ ਯਾਰ, ਸਾਡੇ ਲੱਤ ਹੇਠ ਦੀ ਕਿਉਂ ਨਹੀਂ ਲੰਘਦਾ, ਠੀਕ ਹੈ ਨਾ। ਤਾਂ ਦੂਸਰੇ ਪੱਧਰ ਤੇ ਜਿਹੜਾ ਇਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ, ਸਿਆਸਤ ਦੇ ਵਿੱਚ ਬਹੁਤ ਕੁਝ ਨਵਾਂ ਕਰਨ ਦੀ ਇੱਛਾ ਸੀ। ਜਿਵੇਂ ਉਹਨੇ ਇੱਕ ਦੋ ਦੇ ਮੈਂ ਭਾਸ਼ਣ ਸੁਣੇ ਸੀ, ਉਹਦੇ ਵਿੱਚ ਕਿਹਾ ਸੀ ਕਿ ਮਾਨਸਾ ਦੇ ਵਿੱਚ ਕੈਂਸਰ ਹਸਪਤਾਲ ਬਣਾਵਾਂਗੇ, ਹੋਰ ਬਹੁਤ ਕੁਝ ਨਵਾਂ ਕਰਨ ਦਾ ਇੱਛੁਕ ਸੀ, ਨੌਜਵਾਨ ਸੀ, ਸਪਿਰਿਟ ਸੀ, ਉਹ ਅੰਦਰ ਭਾਵਨਾ ਹੈਗੀ ਸੀ, ਕੁਝ ਨਵਾਂ ਕਰਨਾ ਚਾਹੁੰਦਾ ਸੀ ਸਿਆਸਤ ਦੇ ਵਿੱਚ, ਠੀਕ ਹੈ। ਚਲੋ ਉਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ, ਜਿੱਤ ਹਾਰ ਉਹ ਕਿਸਮਤ ਦੀਆਂ ਗੱਲਾਂ ਨੇ, ਠੀਕ ਹੈ ਨਾ। ਉਸ ਤੋਂ ਬਾਅਦ ਰਾਜਨੀਤੀ 'ਚ ਆਉਣ ਤੋਂ ਬਾਅਦ, ਕਾਂਗਰਸ ਤੋਂ ਟਿਕਟ ਲੜਨ ਤੋਂ ਬਾਅਦ, ਜਿਵੇਂ ਇੱਕਦਮ ਉਹਨੇ 295 ਗੀਤ ਕੱਢਿਆ। 295 ਗੀਤ ਦੇ ਵਿੱਚ ਉਹਨੇ ਆਪਦੀ ਆਈਡੀਓਲੋਜੀ, ਆਪਦੀ ਉਹ ਭਵਿੱਖ ਦੀ ਸੋਚ ਨੂੰ ਜ਼ਾਹਿਰ ਕੀਤਾ, ਲੋਕਾਂ ਦੇ ਉੱਪਰ ਵਿਅੰਗ ਕੀਤਾ, ਉਹਨੇ ਬਿਲਕੁਲ ਪਲਟ ਕੇ ਰੱਖਤਾ। ਉਹ ਜਿਹੜਾ ਪੀਰੀਅਡ ਸੀ ਨਾ, ਉਹ ਇੱਕ ਪਾਸਾ ਪਲਟ ਪੀਰੀਅਡ ਸੀ, ਯੂ ਟਰਨ ਸੀ। ਉੱਥੋਂ ਕਿਤੇ ਨਾ ਕਿਤੇ ਜਿਹੜੇ ਵੱਡੇ ਸੱਤਾਧਾਰੀ ਨੇ ਉਹਨਾਂ ਨੂੰ ਲੱਗਣ ਲੱਗ ਗਿਆ ਸੀ ਵੀ ਇਹ ਹੁਣ ਕਿਤੇ ਨਾ ਕਿਤੇ
ਸਾਡੀ ਲੱਤ ਥੱਲੋਂ ਦੀ ਨਹੀਂ ਲੰਘੂਗਾ। ਤੇ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਸੰਗਰੂਰ ਦੀ ਬਾਈ ਇਲੈਕਸ਼ਨ ਸੀ ਜੀ। ਬਾਈ ਇਲੈਕਸ਼ਨ ਦੇ ਵਿੱਚ ਇੱਕ ਸਿਮਰਜੀਤ ਸਿੰਘ ਮਾਨ ਦੇ ਇੱਕ ਨਜ਼ਦੀਕੀ ਲੀਡਰ ਸਿੱਧੂ ਮੂਸੇਵਾਲੇ ਨੂੰ ਮਿਲਣ ਆਉਂਦੇ ਨੇ ਤੇ ਫੋਨ ਤੇ ਉਹ ਗੱਲ ਕਰਵਾਉਂਦੇ ਨੇ ਸਿਮਰਜੀਤ ਸਿੰਘ ਮਾਨ ਨਾਲ। ਉਹ ਸਾਰੀ ਗੱਲਬਾਤ, ਉਹ ਫੋਟੋਆਂ, ਉਹ ਤਸਵੀਰਾਂ ਵਾਇਰਲ ਹੁੰਦੀਆਂ ਨੇ। ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਸ ਨੌਜਵਾਨ ਦਾ ਜਿਹੜਾ ਝੁਕਾਅ ਹੈਗਾ ਹੁਣ ਸਿਮਰਜੀਤ ਸਿੰਘ ਮਾਨ ਵੱਲ ਹੋ ਰਿਹਾ, ਠੀਕ ਹੈ ਨਾ। ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਵੀ ਉਹ ਵਰਤਾਰਾ, ਉਹ ਘਟਨਾਕ੍ਰਮ, ਉਹ ਤਸਵੀਰਾਂ ਵੀ ਉਹਦੇ ਕਤਲ ਦਾ ਕਾਰਨ ਬਣੀਆਂ ਨੇ। ਸੋ ਆਪਾਂ ਇਸ ਗੱਲ ਤੋਂ ਡਿਨਾਈ ਨਹੀਂ ਹੋ ਸਕਦੇ, ਆਪਾਂ ਇਨਕਾਰੀ ਨਹੀਂ ਹੋ ਸਕਦੇ ਇਸ ਗੱਲ ਤੋਂ ਕਿ ਉਹ ਇੰਡਸਟਰੀ ਦੇ ਵਿੱਚ ਵੀ ਰੜਕਦਾ ਸੀ, ਉਹ ਸਿਆਸਤ ਦੇ ਵਿੱਚ ਵੀ ਰੜਕਦਾ ਸੀ। ਤੇ ਗੈਂਗਸਟਰਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਜਿਸ ਤਰ੍ਹਾਂ ਦੀਆਂ ਉਹਦੀਆਂ ਗੱਲਾਂ ਸੀਗੀਆਂ, ਜਿਸ ਤਰ੍ਹਾਂ ਦੇ ਉਹ ਆਪਦੇ ਸ਼ਬਦਾਂ ਦੇ ਵਿੱਚ ਵਿਅੰਗ ਕਰਦਾ ਸੀ, ਠੀਕ ਹੈ ਨਾ, ਤਾਂ ਰੜਕਪੁਣਾ ਜਿਹੜਾ ਸੀਗਾ ਗੈਂਗਸਟਰਾਂ ਦੀਆਂ ਅੱਖਾਂ ਦੇ ਵਿੱਚ ਵੀ ਹੈਗਾ ਸੀ। ਸੋ ਇਹ ਜਿਹੜੀ ਗੱਲ ਆ, ਆਪਾਂ ਆਪਦੇ ਪੱਧਰ ਤੇ ਆਪਾਂ ਨਹੀਂ ਕਹਿ ਸਕਦੇ, ਕਿਸੇ ਤੇ ਆਪਾਂ ਇਲਜ਼ਾਮਾਤ ਨਹੀਂ ਲਾ ਸਕਦੇ, ਠੀਕ ਹੈ ਨਾ। ਕਿਤਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਹਲੇ ਦੂਸਰੇ ਪਾਰਟ ਦੇ ਵਿੱਚ ਜਾ ਕੇ ਕਿਤੇ ਇਹ ਗੱਲ ਸਾਬਤ ਹੋਊਗੀ। ਹਲੇ ਕਿਤਾਬ ਦਾ ਪਹਿਲਾ ਹਿੱਸਾ ਆਇਆ, ਦੂਸਰਾ ਭਾਗ ਹਲੇ ਕਿਤਾਬ ਦਾ ਆਉਣਾ ਗਾ, ਠੀਕ ਹੈ ਨਾ। ਤਾਂ ਉਹ ਹਲੇ ਇਨਵੈਸਟੀਗੇਸ਼ਨ ਸਰਕਾਰ ਦੀ ਵੀ ਚੱਲ ਰਹੀ ਹੈਗੀ, ਪਰ ਰੜਕ ਸੀ ਵੱਡੇ ਸੱਤਾਧਾਰੀਆਂ ਦੀਆਂ ਅੱਖਾਂ ਦੇ ਵਿੱਚ ਵੀ, ਠੀਕ ਹੈ ਨਾ, ਤੇ ਵੱਡੇ ਉਹਨਾਂ ਮਾਫੀਆ ਦੀਆਂ ਅੱਖਾਂ ਦੇ ਵਿੱਚ ਵੀ ਜਿਹੜੇ ਸਿੱਧੂ ਨੂੰ ਆਪਦੀ ਲੱਤ ਥੱਲੋਂ ਦੀ ਲੰਘਾਉਣਾ ਚਾਹੁੰਦੇ ਸੀ, ਪਰ ਉਹ ਆਪਦੇ ਹਿੱਕ ਦੇ ਜ਼ੋਰ ਤੇ ਚੱਲਦਾ ਸੀ। ਉਹ ਨਹੀਂ ਉਸ ਤਰ੍ਹਾਂ ਦੀ ਪ੍ਰਵਿਰਤੀ ਰੱਖਦਾ ਸੀ ਵੀ ਮੈਂ ਕਿਸ ਦੀ ਲੱਤ ਦੇ ਥੱਲੇ ਦੀ ਲੰਘਾਂ। ਸੋ ਪਰਮਿੰਦਰ, ਬਾਕੀ ਗੱਲਾਂ ਤਾਂ ਜਿਹੜੀਆਂ ਹੈਗੀਆਂ ਨੇ, ਅੱਗੇ ਕੀ ਤੱਥ ਸਾਹਮਣੇ ਲੈ ਕੇ ਆਉਂਦੇ ਨੇ ਜੁਪਿੰਦਰ ਜੀ, ਤਾਂ ਅਗਲੀ ਕਿਤਾਬ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਕੀ ਪਤਾ ਲੱਗਦਾ, ਇਹ ਆਪਾਂ ਨੂੰ ਭਵਿੱਖ 'ਚ ਹੀ ਪਤਾ ਲੱਗਣਗੇ। ਧੰਨਵਾਦ ਸਾਡੇ ਨਾਲ ਸਮਾਂ ਦੇਣ ਲਈ ਜੀ। ਸ਼ੁਕਰੀਆ ਪਰਮਿੰਦਰ। ਇਹ ਸੀ ਹਰਜਿੰਦਰ ਸਿੱਧੂ। ਹਮੇਸ਼ਾ ਪੰਜਾਬ ਦੇ ਅਸੀਂ ਖੁੱਲ੍ਹ ਕੇ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ, ਬੇਸ਼ੱਕ ਉਹ ਕੋਈ ਵੀ ਮੁੱਦਾ ਹੋਵੇ, ਬੇਸ਼ੱਕ ਉਹ ਰਾਜਨੀਤਿਕ ਮੁੱਦਾ ਹੋਵੇ, ਬੇਸ਼ੱਕ ਉਹ ਕਿਸੇ ਵੀ ਵਿਸ਼ੇ ਦੇ ਨਾਲ ਟੱਚ ਹੁੰਦਾ ਮੁੱਦਾ ਹੋਵੇ, ਅਸੀਂ ਹਮੇਸ਼ਾ ਉਸ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ। ਤੁਸੀਂ ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ। ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਆਪਣੀ ਕੋਈ ਵੀ ਸਮੱਸਿਆ ਜਾਂ ਤੁਹਾਡੀ ਕੋਈ ਵੀ ਗੱਲ ਜਾਂ ਤੁਹਾਡਾ ਕੋਈ ਵੀ ਸੁਝਾਅ ਹੋਵੇ, ਸਾਨੂੰ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ, ਅਤੇ ਅਸੀਂ ਉਸ ਵਿਸ਼ੇ 'ਤੇ ਵੀ ਚਰਚਾ ਕਰਿਆ ਕਰਾਂਗੇ। ਧੰਨਵਾਦ।